ਸਕੀਮ ਜਿਹੜੀ ਆ ਬਹੁਤ ਅੱਛੀ ਚੱਲ ਰਹੀ ਸੀਗੀ। ਜੋ ਸਾਨੂੰ ਡਿਊਟੀਆਂ ਦਿੱਤੀਆਂ ਗਈਆਂ ਸੀ ਉਹਨਾਂ ਦਾ ਬਹੁਤ ਅੱਛੀ ਤਰ੍ਹਾਂ ਪਾਲਣ ਕੀਤਾ ਜਾ ਰਿਹਾ ਸੀਗਾ। ਹਰ ਮਹੀਨੇ ਸਾਡੀ ਜਿਹੜੀ ਹੈ ਜਿੰਨੀਆਂ ਅਸੀਂ ਰਿਪੋਰਟਾਂ ਪਾਉਂਦੇ ਸੀਗੇ ਉਸ ਦੇ ਉੱਤੇ ਡੀਸੀ ਆਫਿਸ ਦੇ ਵਿੱਚ ਸਾਡੀਆਂ ਮੀਟਿੰਗਸ ਹੁੰਦੀਆਂ ਸੀ। ਮੀਟਿੰਗਸ ਦੇ ਵਿੱਚ ਪੂਰਾ ਹਰ ਡਿਪਾਰਟਮੈਂਟ ਤੋਂ ਉਹਨਾਂ ਦਾ ਜਾਇਜ਼ਾ ਲਿਆ ਜਾਂਦਾ ਸੀ, ਪੁੱਛਿਆ ਜਾਂਦਾ ਸੀ। ਸਾਰਿਆਂ ਦੇ ਕੰਮ ਜਿਹੜੇ ਬਹੁਤ ਅੱਛੇ ਤਰੀਕੇ ਨਾਲ ਚੱਲ ਰਹੇ ਸੀ। ਜਦੋਂ ਤੋਂ ਇਹ ਸਰਕਾਰ ਬਦਲੀ ਹੋਈ ਸੀਗੀ, ਕੈਪਟਨ ਸਾਹਿਬ ਦੀ ਸਰਕਾਰ ਬਦਲੀ ਹੋਈ, ਉਸ ਤੋਂ ਬਾਅਦ ਜੀਓਜੀ ਦੀ ਸਕੀਮ ਦੇ ਵਿੱਚ ਇਹਨਾਂ ਨੇ ਬਿਲਕੁਲ ਹੀ ਜਿੰਨੇ ਵੀ ਡਿਪਾਰਟਮੈਂਟ ਸੀ ਸਾਰਿਆਂ ਨੇ ਉਹਨਾਂ ਦੇ ਵਿੱਚ ਬਿਲਕੁਲ ਜੋ ਆਪਣਾ ਇੰਟਰਸਟ ਲੈਣਾ ਬੰਦ ਕਰ ਦਿੱਤਾ, ਕਿਉਂਕਿ ਇਹ ਨਹੀਂ ਚਾਹੁੰਦੇ ਸੀਗੇ ਕਿ ਇਹ ਜੀਓਜੀ ਸਕੀਮ ਅੱਗੇ ਚੱਲੇ। ਸਰਕਾਰ ਤਾਂ ਕਹਿੰਦੀ 1 ਸਾਲ ਤੋਂ ਕੰਮ ਹੀ ਨਹੀਂ ਸੀ ਕਰ ਰਹੇ, ਤੁਸੀਂ ਕਹਿੰਦੇ ਹੋ ਵੀ ਰਿਪੋਰਟਾਂ ਜਾਰੀ। ਫੈਸਲਾ ਤੁਹਾਡੇ ਖਿਲਾਫ ਇਸ ਤਰ੍ਹਾਂ ਲਿਆ ਜਾਂਦਾ ਵੀ ਖਾਰਜ ਕਰ ਦਿੱਤੀ ਜਾਊਗੀ, ਸਕੀਮ ਬੰਦ ਕਰ ਦਿੱਤੀ ਜਾਊਗੀ, ਤਾਂ ਫਿਰ ਤੁਹਾਨੂੰ ਪਹਿਲਾਂ ਪੁੱਛਿਆ ਤਾਂ ਹੋਣਾ, ਬੁਲਾ ਕੇ ਤਲਬ ਤਾਂ ਕੀਤੇ ਹੋਣਾ, ਭਾਈ ਦੱਸੋ ਕਿਉਂ ਨਹੀਂ ਕੰਮ ਹੋ ਰਿਹਾ ਜਾਂ ਕੀ ਹਿਸਾਬ ਕਿਤਾਬ ਆ, ਕਿੱਥੇ ਤੁਸੀਂ ਰਿਪੋਰਟ ਦੇ ਰਹੇ ਹੋ, ਫੇਰ ਹੀ ਸਾਰਾ ਫੈਸਲਾ ਲਿਆ ਹੋਣਾ ਸਰਕਾਰ ਨੇ। ਇਹ ਸਿਰਫ 4300 ਇਹਨਾਂ ਨੇ ਜੀਓਜੀ ਨਹੀਂ ਕੱਢੇ, ਇਹ ਇਹਨਾਂ ਨੇ 4300 ਫੈਮਿਲੀਜ਼ ਨੂੰ ਪ੍ਰਭਾਵਿਤ ਕੀਤਾ। ਉਹ ਕਿਤੇ ਇਹ ਤਾਂ ਨਹੀਂ ਸੋਚਦੀ ਸਰਕਾਰ ਹੁਣ ਵੀ ਕੈਪਟਨ ਸਾਹਿਬ ਆਪ ਐਕਸ ਸਰਵਿਸਮੈਨ ਸੀਗੇ, ਜਿੱਦਾਂ ਫੌਜ ਤੋਂ ਰਿਟਾਇਰ ਹੋ ਕੇ ਆਏ ਸੀ, ਤਾਂ ਉਹਨਾਂ ਨੇ ਆਪਣੇ ਫੌਜੀ ਭਰਾਵਾਂ ਨੂੰ ਬਸ ਫਾਇਦਾ ਦੇ ਦਿੱਤਾ, ਐਵੇਂ ਹੀ ਬੈਨੀਫਿਟ ਮਿਲੀ ਗਿਆ ਤੇ ਗਵਰਨਮੈਂਟ ਦਾ 72 ਕਰੋੜ ਜਿਹੜਾ ਹੈਗਾ ਜਾਂਦਾ ਰਿਹਾ ਇਸ ਪਾਸੇ ਵੀ ਹੁਣ ਇਹਨੂੰ ਬੰਦ ਕਰੋ ਸਕੀਮ ਨੂੰ। ਕਿ ਲੋਕ ਮਰਸੀਡੀਜ਼ ਦੇ ਵਿੱਚ ਜਿਹੜਾ ਰਾਸ਼ਨ ਲੈਣ ਆ ਰਹੇ ਨੇ, ਜੋ ਲੋਕਾਂ ਦੀਆਂ 2-2 3-3 ਮੰਜ਼ਲੀਆਂ ਕੋਠੀਆਂ ਨੇ, ਉਹਨਾਂ ਦੇ ਵੀ ਰਾਸ਼ਨ ਕਾਰਡ ਬਣੇ ਹੋਏ ਨੇ। ਸਾਰੇ ਜਿਹੜੇ ਰਾਸ਼ਨ ਕਾਰਡ ਸੀਗੇ ਉਹ ਪੋਲੀਟੀਕਲ ਲੈਵਲ ਤੇ ਬਣਾਏ ਗਏ ਸੀਗੇ ਤੇ ਉਹਨਾਂ ਨੂੰ ਬੰਦ ਕੀਤਾ ਜਾਣਾ ਜ਼ਰੂਰੀ ਸੀਗਾ। ਉਸ ਦੀ ਬਜਾਏ ਕਿ ਇਹਨਾਂ ਤੇ ਐਕਸ਼ਨ ਲੈਂਦੇ, ਇਹਨਾਂ ਨੇ ਜੀਓਜੀ ਸਕੀਮ ਹੀ ਬੰਦ ਕਰ ਦਿੱਤੀ। ਲੋਕ ਸਵਾਲ ਕਰਦੇ ਆ ਕਿ ਤੁਹਾਡੇ ਐਕਸ ਸਰਵਿਸਮੈਨ ਦੀਆਂ ਇੰਨੀਆਂ ਪੈਨਸ਼ਨਾਂ ਹੈ, ਪਹਿਲਾਂ ਤਨਖਾਹ ਵੀ ਨਹੀਂ, ਸਰਵਿਸ ਕਰੀ, ਲੋੜ ਕੀ ਆ ਤੁਹਾਨੂੰ, ਤੁਸੀਂ ਕਿਉਂ ਤਰਲੇ ਮਾਰ ਰਹੇ ਹੋ? ਤੁਹਾਡੀ ਤਾਂ ਵਧੀਆ ਸਰ ਰਿਹਾ, ਗੁਜ਼ਾਰਾ ਹੋ ਰਿਹਾ, 11-12 ਪਿੱਛੇ ਤੁਸੀਂ ਧਰਨੇ ਲਾ ਕੇ ਬਹਿ ਗਏ। This is an insult to the ex-servicemen। ਤੁਸੀਂ ਕਹਿ ਕਹਿੰਦੇ ਨੇ ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਸਰਹੱਦਾਂ ਦੀ ਰੱਖਿਆ ਕੀਤੀ ਹੈ, ਰੱਖਿਆ ਕੀਤੀ ਹੈਗੀ ਹੈ, ਉਹਨਾਂ ਦੀ ਤੋਹੀਨ ਕੀਤੀ ਹੈ, ਉਹਨਾਂ ਦੀ ਬੇਇੱਜ਼ਤੀ ਕੀਤੀ ਹੈ। 92 ਤੁਹਾਡੇ ਐਮਐਲਏ ਨੇ, ਹੈ ਕੋਈ ਤੁਹਾਨੂੰ ਖਤਰਾ ਨਹੀਂ ਹੈਗਾ। ਇਹ ਡਰਾਮਾ ਕਰਨ ਦੀ ਕੀ ਲੋੜ ਹੈ ਕਿ 91 ਚੋਂ ਜਿਹੜੇ 72 ਐਮਐਲਏ ਨੇ ਆਪ ਦੇ ਉਹ ਕਾਂਗਰਸੀ ਨੇ ਪੁਰਾਣੇ, ਉਹ ਸਾਡੇ ਨਾਲ ਕਿਤੇ ਨਾ ਕਿਤੇ ਕੰਮ ਕੀਤਾ ਹੋਊਗਾ ਹੈਗਾ, ਉਹ ਮਿਲਣ ਆ ਜਾਂਦੇ ਨੇ। ਉਹਨਾਂ ਚੋਂ 2-3 ਮਿਲਣ ਆ ਗਏ ਤਾਂ ਮੈਨੂੰ ਦੱਸ ਰਹੇ ਸੀਗੇ ਕਿ ਨਾਲ ਇਹਨਾਂ ਦਾ ਇੱਕ ਆਪ ਦਾ ਵਜ਼ੀਰ ਹੀ ਬੈਠਾ ਸੀਗਾ ਤੇ ਉਹ ਆਪਸ ਮਜ਼ਾਕ ਕਰਦੇ ਹੀ ਕਹਿੰਦੇ 25 ਕਰੋੜ ਛੱਡੋ, ਇਹ ਤਾਂ ਸਾਰੇ ਫ੍ਰੀ 'ਚ ਜਾਣ ਨੂੰ ਤਿਆਰ ਬੈਠੇ ਨੇ। ਜਦੋਂ ਸਰਕਾਰ ਤੁਹਾਡੀ ਸੀਗੀ, ਤੁਸੀਂ ਕਹਿੰਦੇ ਸੀ ਕਿ ਇੰਨੀ ਛੇਤੀ ਨਹੀਂ ਮੁਲਾਂਕਣ ਕੀਤਾ ਜਾ ਸਕਦਾ ਸਰਕਾਰਾਂ ਦਾ, ਉਹਨੂੰ 60 ਮਹੀਨੇ ਲੱਗਦੇ ਹੁੰਦੇ ਆ, 60 ਮਹੀਨੇ ਬਾਅਦ ਹੀ ਕਿਹਾ ਜਾ ਸਕਦਾ। ਫਿਰ ਅੱਜ ਤੁਸੀਂ ਦੇਖ ਸਕਦੇ ਹੋ ਵੀ 60 ਮਹੀਨਿਆਂ 'ਚ ਤੁਹਾਨੂੰ ਵੀ ਰੁਕਣਾ ਚਾਹੀਦਾ, ਬਾਅਦ ਵਿੱਚ ਇਹ ਸਾਰੀਆਂ ਗੱਲਾਂ ਦੇਖੀਆਂ ਜਾ ਸਕਦੀਆਂ। ਤੁਹਾਨੂੰ ਲੱਗਦਾ ਸਰਕਾਰ 60 ਮਹੀਨੇ ਚੱਲੇਗੀ? ਕਾਂਗਰਸ ਦੀ ਵੱਡੀ ਲੀਡਰਸ਼ਿਪ ਲੱਭ ਕਿਉਂ ਨਹੀਂ ਰਹੀ? ਵੱਡੀ ਲੀਡਰਸ਼ਿਪ ਕਿੱਥੇ ਹੈ ਜੀ ਕਾਂਗਰਸ ਦੀ? ਜਾਖੜ ਸਾਹਿਬ ਵੀ ਉੱਧਰ ਚਲ ਗਏ ਜੀ, ਕੈਪਟਨ ਸਾਹਿਬ ਵੀ ਬੀਜੇਪੀ ਚਲ ਗਏ, ਚੰਨੀ ਸਾਹਿਬ ਕਹਿੰਦੇ ਲੱਭ ਹੀ ਨਹੀਂ ਰਹੇ। ਪੰਜਾਬ 'ਚ ਵੱਡੀ ਲੀਡਰਸ਼ਿਪ ਨਹੀਂ ਦਿਖ ਰਹੀ ਕਾਂਗਰਸ ਦੀ। ਅੱਗੇ ਮਨ ਵੀ ਹੈਗਾ ਕਾਂਗਰਸ ਦਾ ਅਪੀਅਰ ਹੋਣ ਦਾ ਅਗਲੀ ਚੋਣਾਂ ਦੇ ਵਿੱਚ। ਤੈਨੂੰ ਅਸੀਂ ਛੋਟੇ ਲੀਡਰ ਲੱਗਦੇ ਆ? ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਆ। ਪੰਜਾਬ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਧਰਨੇ ਕਿਸੇ ਨਾ ਕਿਸੇ ਵਿਭਾਗ ਦੇ ਜਾਂ ਕਹਿ ਲਈਏ ਮੁਲਾਜ਼ਮਾਂ ਦੇ ਵੱਲੋਂ, ਕੱਚੇ ਮੁਲਾਜ਼ਮਾਂ ਵੱਲੋਂ ਲਗਾਏ ਜਾਂਦੇ ਆ, ਜਾਂ ਫਿਰ ਹੋਰ ਕਈ ਤਰ੍ਹਾਂ ਦੇ ਧਰਨੇ ਜਿਹੜੇ ਪੰਜਾਬ ਦੇ ਵਿੱਚ ਹੁਣ ਫੇਰ ਦੁਬਾਰਾ ਉਹ ਪਹਿਲਾਂ ਵਾਲੀ ਤਰਜ਼ ਦੇ ਉੱਤੇ ਚੱਲਣੇ ਸ਼ੁਰੂ ਹੋ ਗਏ ਆ। ਹਾਲਾਂਕਿ ਨਵੀਂ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਕਿਸੇ ਤਰ੍ਹਾਂ ਦਾ ਧਰਨਾ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲੂਗਾ, ਪਰ ਜੀਓਜੀ ਜਿਨ੍ਹਾਂ ਨੂੰ ਅਪੁਆਇੰਟ ਕੀਤਾ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਵਿੱਚ 2017 ਦੇ ਵਿੱਚ, ਉਹਨਾਂ ਨੂੰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕੁਝ ਕਾਰਨ ਦੇ ਕੇ ਖਾਰਜ ਕਰ ਦਿੱਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਵੱਡਾ ਇਕੱਠ ਜਿਹੜਾ ਹਰ ਜ਼ਿਲ੍ਹੇ ਦੇ ਵਿੱਚ ਹੋ ਰਿਹਾ, ਜਿਸ ਤੇ ਚੱਲਦਿਆਂ ਰੂਪਨਗਰ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਜੀਓਜੀ ਜਾਂ ਕਹਿ ਲਈਏ ਕਿ ਐਕਸ ਸਰਵਿਸਮੈਨ ਜਿਨ੍ਹਾਂ ਨੂੰ ਜੀਓਜੀ ਦੇ ਤੌਰ ਤੇ ਅਪੁਆਇੰਟ ਕੀਤਾ ਗਿਆ ਸੀ, ਉਹ ਇਕੱਠੇ ਹੋਏ ਆ। ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਸਰ, ਕੀ ਜਿਹੜਾ ਹੈਗਾ ਮੁੱਦਾ ਜਿਹਦੇ ਕਰਕੇ ਤੁਹਾਨੂੰ ਇੰਨਾ ਇਕੱਠੇ ਹੋਣਾ ਪੈ ਗਿਆ? ਮੈਂ ਬ੍ਰਿਗੇਡੀਅਰ ਮਨੋਹਰ ਸਿੰਘ, ਡਿਸਟ੍ਰਿਕਟ ਹੈਡ ਜੀਓਜੀ ਮੋਹਾਲੀ। ਅੱਜ ਅਸੀਂ ਇੱਥੇ ਜੀਓਜੀ ਖਰੜ ਜੀਓਜੀ ਰੋਪੜ, ਜੀਓਜੀ ਫਤਿਹਗੜ੍ਹ ਸਾਹਿਬ ਔਰ ਜੀਓਜੀ ਮੋਹਾਲੀ, ਇਹ ਤਿੰਨੋਂ ਜ਼ਿਲ੍ਹਿਆਂ ਦੇ ਪੂਰੇ ਸਾਰੇ ਜੀਓਜੀ ਅਸੀਂ ਇੱਥੇ ਇਕੱਠੇ ਹੋਏ ਹਾਂ, ਕਿਉਂਕਿ ਸਾਡੀ ਸਕੀਮ ਜਿਹੜੀ ਆ ਬਹੁਤ ਅੱਛੀ ਚੱਲ ਰਹੀ ਸੀਗੀ। ਜੋ ਸਾਨੂੰ ਡਿਊਟੀਆਂ ਦਿੱਤੀਆਂ ਗਈਆਂ ਸੀ ਉਹਨਾਂ ਦਾ ਬਹੁਤ ਅੱਛੀ ਤਰ੍ਹਾਂ ਪਾਲਣ ਕੀਤਾ ਜਾ ਰਿਹਾ ਸੀਗਾ। ਹਰ ਮਹੀਨੇ ਸਾਡੀ ਜਿਹੜੀ ਹੈ ਜਿੰਨੀਆਂ ਅਸੀਂ ਰਿਪੋਰਟਾਂ ਪਾਉਂਦੇ ਸੀਗੇ ਉਸ ਦੇ ਉੱਤੇ ਡੀਸੀ ਆਫਿਸ ਦੇ ਵਿੱਚ ਸਾਡੀਆਂ ਮੀਟਿੰਗਸ ਹੁੰਦੀਆਂ ਸੀ।
ਮੀਟਿੰਗਸ ਦੇ ਵਿੱਚ ਪੂਰਾ ਹਰ ਡਿਪਾਰਟਮੈਂਟ ਤੋਂ ਉਹਨਾਂ ਦਾ ਜਾਇਜ਼ਾ ਲਿਆ ਜਾਂਦਾ ਸੀ, ਪੁੱਛਿਆ ਜਾਂਦਾ ਸੀ। ਸਾਰਿਆਂ ਦੇ ਕੰਮ ਜਿਹੜੇ ਬਹੁਤ ਅੱਛੇ ਤਰੀਕੇ ਨਾਲ ਚੱਲ ਰਹੇ ਸੀ। ਜਦੋਂ ਤੋਂ ਇਹ ਸਰਕਾਰ ਬਦਲੀ ਹੋਈ ਸੀਗੀ, ਕੈਪਟਨ ਸਾਹਿਬ ਦੀ ਸਰਕਾਰ ਬਦਲੀ ਹੋਈ, ਉਸ ਤੋਂ ਬਾਅਦ ਜੀਓਜੀ ਦੀ ਸਕੀਮ ਦੇ ਵਿੱਚ ਇਹਨਾਂ ਨੇ ਬਿਲਕੁਲ ਹੀ ਜਿੰਨੇ ਵੀ ਡਿਪਾਰਟਮੈਂਟ ਸੀ ਸਾਰਿਆਂ ਨੇ ਉਹਨਾਂ ਦੇ ਵਿੱਚ ਬਿਲਕੁਲ ਜੋ ਆਪਣਾ ਇੰਟਰਸਟ ਲੈਣਾ ਬੰਦ ਕਰ ਦਿੱਤਾ, ਕਿਉਂਕਿ ਇਹ ਨਹੀਂ ਚਾਹੁੰਦੇ ਸੀਗੇ ਕਿ ਜੀਓਜੀ ਸਕੀਮ ਅੱਗੇ ਚੱਲੇ। ਇਸ ਲਈ ਇਹਨਾਂ ਨੇ ਸਰਕਾਰਾਂ ਜਦੋਂ ਆਉਂਦੀਆਂ ਕਈ ਵਾਰੀ ਸਰਕਾਰਾਂ ਕੋਈ ਸਕੀਮਾਂ ਬਣਾ ਦਿੰਦੀਆਂ, ਆਉਣ ਵਾਲੀ ਸਰਕਾਰਾਂ ਖਤਮ ਕਰ ਦਿੰਦੀਆਂ। ਮਤਲਬ ਇੱਕ ਸਕੀਮ ਚੱਲੀ, ਉਹ ਸਕੀਮ ਖਤਮ ਹੋ ਗਈ ਤੇ ਉਹਦੇ ਵਿੱਚ ਮਤਲਬ ਹੁਣ ਇਹ ਤਾਂ ਹੈ ਨਹੀਂ ਕਿ ਹਰ ਸਕੀਮ ਜਿਹੜੀ ਹੈਗੀ ਕਦੇ ਚੱਲਦੀ ਹੋ ਰਹਿਣੀ ਚਾਹੀਦੀ ਹੈ। ਕਈ ਵਾਰ ਸਕੀਮਾਂ ਸਰਕਾਰਾਂ ਕਹਿੰਦੀਆਂ ਕਿ ਫੇਲ ਵੀ ਹੋ ਜਾਂਦੀਆਂ, ਇਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ। ਨਹੀਂ, ਪਰ ਇਹ ਸਕੀਮ ਫੇਲ ਨਹੀਂ ਹੋਈ ਸੀਗੀ। ਇਹ ਸਕੀਮ ਦੇ ਵਿੱਚ ਸਾਨੂੰ ਜਿਹੜੀਆਂ ਇਹਨਾਂ ਨੇ 26 ਪਿੰਡਾਂ ਦੇ ਵਿੱਚ ਜਿਹੜੀਆਂ ਵੈਲਫੇਅਰ ਸਕੀਮ ਚੱਲ ਰਹੀਆਂ ਸੀਗੀਆਂ, ਉਹਨਾਂ ਦੇ ਬਾਰੇ ਜੀਓਜੀ ਦੀ ਰਿਪੋਰਟ ਬਹੁਤ ਕਲੀਅਰ ਕੱਟ ਜਾ ਰਹੀ ਸੀਗੀ ਕਿ ਕਿੱਥੇ ਮਨਰੇਗਾ ਦੇ ਵਿੱਚ ਹੇਰਾਫੇਰੀ ਹੋ ਰਹੀ ਹੈ, ਕਿੱਥੇ ਆਪਣਾ ਆਂਗਨਵਾੜੀ ਦੇ ਵਿੱਚ ਰਾਸ਼ਨ ਨਹੀਂ ਪਹੁੰਚ ਰਿਹਾ, ਕਿੱਥੇ ਜਿਹੜਾ ਸਕੂਲਾਂ ਦੇ ਵਿੱਚ ਜਿਹੜਾ ਮਿਡ ਡੇ ਮੀਲ ਦਾ ਰਾਸ਼ਨ ਨਹੀਂ ਦਿੱਤਾ ਜਾ ਰਿਹਾ, ਜਾਂ ਕਿੱਥੇ ਜਿਹੜੇ ਸੜਕਾਂ ਖਰਾਬ ਨੇ। ਉਸ ਦੇ ਨਾਲ ਕਿੱਥੇ ਕਿੱਥੇ ਹਸਪਤਾਲਾਂ ਦੇ ਵਿੱਚ ਜਿਹੜੀਆਂ ਦਵਾਈਆਂ ਨਹੀਂ ਹੈ, ਕਿੱਥੇ ਹਸਪਤਾਲਾਂ ਦੇ ਵਿੱਚ ਡਾਕਟਰ ਹੀ ਨਹੀਂ ਪਹੁੰਚ ਰਹੇ, ਜਾਂ ਕਿੱਥੇ ਪਸ਼ੂ ਪਾਲਣ ਡਿਸਪੈਂਸਰੀਆਂ ਦੇ ਵਿੱਚ ਜਿਹੜਾ ਉਹ ਦਵਾਈਆਂ ਦੀ ਪਹੁੰਚ ਹੈ ਹੀ ਨਹੀਂ ਹੈ। ਔਰ ਇਸੇ ਤਰ੍ਹਾਂ ਸੁਸਾਇਟੀਆਂ ਦੇ ਵਿੱਚ ਕੀ ਜਿਹੜੇ ਆਪਣਾ ਉਹਨਾਂ ਦੇ ਨਾਲ ਜਿਹੜੇ ਨੇ ਉਹਨਾਂ ਨੂੰ ਡੈਪੋ ਜਿਸ ਤਰ੍ਹਾਂ ਹੈ, ਔਰ ਯੂਰੀਆ ਬਹੁਤ ਦੇਰ ਤੋਂ ਨਹੀਂ ਮਿਲ ਰਹੀ। ਸਾਰੀਆਂ ਸਕੀਮ ਇਹਦੇ ਵਿੱਚ ਰਿਪੋਰਟਾਂ ਇਹਨਾਂ ਨੂੰ ਜਾ ਰਹੀਆਂ ਸੀ, ਉਹਨਾਂ ਦੇ ਉੱਤੇ ਅਸਰ ਹੋ ਰਿਹਾ ਸੀ। ਸਰਕਾਰ ਤਾਂ ਕਹਿੰਦੀ 1 ਸਾਲ ਤੋਂ ਕੰਮ ਹੀ ਨਹੀਂ ਸੀ ਕਰ ਰਹੇ, ਤੁਸੀਂ ਕਹਿੰਦੇ ਹੋ ਵੀ ਰਿਪੋਰਟਾਂ ਜਾ ਰਹੀਆਂ। ਕਿਉਂਕਿ ਜਿਹੜੀਆਂ ਅਸੀਂ ਰਿਪੋਰਟਾਂ ਪਾ ਰਹੇ ਸੀ, ਇਹ ਜਿੰਨੇ ਵੀ ਐਡਮਿਨਿਸਟ੍ਰੇਸ਼ਨ ਦੇ ਡਿਪਾਰਟਮੈਂਟ ਸੀਗੇ, ਇਹਨਾਂ ਨੇ ਰਿਪੋਰਟਾਂ ਦੇਖਣੀਆਂ ਬੰਦ ਕਰ ਦਿੱਤੀਆਂ। ਇਹਨਾਂ ਨੇ ਸੋਚਿਆ ਕਿ ਸ਼ਾਇਦ ਹੁਣ ਜਿਸ ਤਰ੍ਹਾਂ ਕੈਪਟਨ ਸਾਹਿਬ ਦੀ ਸਰਕਾਰ ਚੇਂਜ ਹੋ ਗਈ ਹੈ, ਉਸ ਤੋਂ ਬਾਅਦ ਕਿਸੇ ਦਾ ਇਹਨਾਂ ਦੇ ਵਿੱਚ ਕੋਈ ਇਹਨਾਂ ਨੇ ਵੀ ਇੰਟਰਸਟ ਲੈਣਾ ਬੰਦ ਕਰ ਦਿੱਤਾ। ਇਸ ਲਈ ਅਸੀਂ ਉਸ ਤੋਂ ਬਾਅਦ ਸੋਚਿਆ ਅਸੀਂ ਲਿਖ ਕੇ ਮੰਥਲੀ ਰਿਪੋਰਟ ਜਿਹੜੀ ਹੈ ਡਿਸਟ੍ਰਿਕਟ ਹੈੱਡ ਵੱਲੋਂ ਪੂਰੀ ਅਸੀਂ ਡੀਸੀ ਆਫਿਸ ਨੂੰ ਭੇਜਦੇ ਰਹੇ, ਪਰ ਕਿਸੇ ਨੇ ਵੀ ਉਸ ਦੇ ਉੱਤੇ ਉਹਨੂੰ ਖੋਲ ਕੇ ਨਹੀਂ ਦੇਖਿਆ, ਕਿਸੇ ਨੇ ਉਹਦੇ ਤੇ ਅਸਰ ਨਹੀਂ ਲਿਆ। ਔਰ ਆਲ ਆਫ ਏ ਸਡਨ ਸਾਨੂੰ 9 ਸਤੰਬਰ ਨੂੰ ਪਤਾ ਲੱਗਿਆ ਕਿ ਇਹ ਸਕੀਮ ਬੰਦ ਕਰ ਦਿੱਤੀ ਗਈ ਹੈ। ਜਦੋਂ ਫੈਸਲਾ ਤੁਹਾਡੇ ਖਿਲਾਫ ਇਸ ਤਰ੍ਹਾਂ ਲਿਆ ਜਾਂਦਾ ਵੀ ਖਾਰਜ ਕਰ ਦਿੱਤੀ ਜਾਊਗੀ, ਸਕੀਮ ਬੰਦ ਕਰ ਦਿੱਤੀ ਜਾਊਗੀ, ਤਾਂ ਫਿਰ ਤੁਹਾਨੂੰ ਪਹਿਲਾਂ ਪੁੱਛਿਆ ਤਾਂ ਹੋਣਾ, ਬੁਲਾ ਕੇ ਤਲਬ ਤਾਂ ਕੀਤੇ ਹੋਣਾ, ਭਾਈ ਦੱਸੋ ਕਿਉਂ ਨਹੀਂ ਕੰਮ ਹੋ ਰਿਹਾ ਜਾਂ ਕੀ ਹਿਸਾਬ ਕਿਤਾਬ ਆ, ਕਿੱਥੇ ਤੁਸੀਂ ਰਿਪੋਰਟ ਦੇ ਰਹੇ ਹੋ, ਫੇਰ ਹੀ ਸਾਰਾ ਫੈਸਲਾ ਲਿਆ ਹੋਣਾ ਸਰਕਾਰ ਨੇ। ਇਸ ਤਰ੍ਹਾਂ ਦੀ ਕੋਈ ਰਿਪੋਰਟ ਨਹੀਂ ਲਈ ਗਈ, ਕੋਈ ਡਿਸਕਸ ਨਹੀਂ ਕੀਤਾ ਗਿਆ ਕਿਸੇ ਡਿਸਟ੍ਰਿਕਟ ਲੈਵਲ ਦੇ ਉੱਤੇ ਜਾਂ ਕਿਸੇ ਲੈਵਲ ਦੇ ਉੱਤੇ ਕੋਈ ਮੀਟਿੰਗ ਨਹੀਂ ਕੀਤੀ ਗਈ। ਆਲ ਆਫ ਏ ਸਡਨ ਇਹ ਬੋਲ ਦੇਣਾ ਕਿ ਜੀਓਜੀ ਸਕੀਮ ਨੂੰ ਅਸੀਂ ਅੱਜ ਤੋਂ ਬੰਦ ਕਰ ਰਹੇ ਹਾਂ, ਕਿ ਅਗਰ ਕਿਸੇ ਜੀਓਜੀ ਨੂੰ ਅਸੀਂ ਉਹਨਾਂ ਨੂੰ ਕਿਸੇ ਆਪਣੇ ਜੀਓਜੀ ਨੇ ਛੱਡਣਾ ਵੀ ਹੁੰਦਾ ਹੈ ਤਾਂ ਉਹਨੂੰ 1 ਮਹੀਨੇ ਦਾ ਨੋਟਿਸ ਦੇਣਾ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਉਹਦਾ ਆਨਰੇਰੀਅਮ ਕੱਟ ਲਿਆ ਜਾਂਦਾ ਹੈ। ਔਰ ਇੱਥੇ ਸਕੀਮ ਨੂੰ ਆਲ ਆਫ ਏ ਸਡਨ 9 ਸੈਪਟੰਬਰ ਨੂੰ ਨੋਟੀਫਿਕੇਸ਼ਨ ਕਰਕੇ ਬੰਦ ਕਰ ਦਿੱਤਾ ਗਿਆ। ਸਾਨੂੰ ਇਸ ਦੇ ਬਾਰੇ 12 ਸਤੰਬਰ ਨੂੰ ਪੇਪਰਾਂ ਦੇ ਤੋਂ ਪਤਾ ਲੱਗਿਆ, ਨਿਊਜ਼ਪੇਪਰ ਤੋਂ ਪਤਾ ਲੱਗਿਆ। ਕੋਈ ਆਫੀਸ਼ੀਅਲ ਇਨਫੋਰਮੇਸ਼ਨ ਸਾਨੂੰ ਜਾਂ ਸਾਡੇ ਕੰਟਰੋਲ ਹੈੱਡਕੁਆਟਰ ਨੂੰ ਨਹੀਂ ਦਿੱਤੀ ਗਈ। ਉਹ ਕਿਤੇ ਇਹ ਤਾਂ ਨਹੀਂ ਸੋਚਦੀ ਸਰਕਾਰ ਹੁਣ ਵੀ ਕੈਪਟਨ ਸਾਹਿਬ ਆਪ ਐਕਸ ਸਰਵਿਸਮੈਨ ਸੀਗੇ, ਜਿੱਦਾਂ ਫੌਜ ਤੋਂ ਰਿਟਾਇਰ ਹੋ ਕੇ ਆਏ ਸੀ, ਤਾਂ ਉਹਨਾਂ ਨੇ ਆਪਣੇ ਫੌਜੀ ਭਰਾਵਾਂ ਨੂੰ ਬਸ ਫਾਇਦਾ ਦੇ ਦਿੱਤਾ, ਐਵੇਂ ਹੀ ਬੈਨੀਫਿਟ ਮਿਲੀ ਗਿਆ ਤੇ ਗਵਰਨਮੈਂਟ ਦਾ 72 ਕਰੋੜ ਜਿਹੜਾ ਹੈਗਾ ਜਾਂਦਾ ਰਿਹਾ ਇਸ ਪਾਸੇ ਵੀ ਹੁਣ ਇਹਨੂੰ ਬੰਦ ਕਰੋ ਸਕੀਮ ਨੂੰ। ਇਸ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਅਗਰ ਪਿੰਡਾਂ ਦੇ ਵਿੱਚ ਜਾ ਕੇ ਪਤਾ ਕੀਤਾ ਜਾਂਦਾ ਕਿ ਪਿੰਡਾਂ ਦੇ ਵਿੱਚ ਜੀਓਜੀ ਨੇ ਕਿੰਨੇ ਅੱਛੇ ਕੰਮ ਕੀਤੇ ਨੇ, ਡਿਵੈਲਪਮੈਂਟ ਦੇ ਵਿੱਚ ਕਿੰਨੇ ਅੱਛੇ ਕੰਮ ਕੀਤੇ ਨੇ, ਕਿੰਨੇ ਲੋਕਾਂ ਦੀ ਪੈਨਸ਼ਨ ਲਗਵਾਈ ਹੈ, ਕਿੰਨੇ ਲੋਕ ਜਿਹੜੇ ਗਲਤ ਪੈਨਸ਼ਨ ਲੈ ਰਹੇ ਸੀ ਉਹਨਾਂ ਦੀਆਂ ਰਿਪੋਰਟਾਂ ਦਿੱਤੀਆਂ, ਕਿੰਨੇ ਜਿਹੜੇ ਰਾਸ਼ਨ ਕਾਰਡ ਫालतू ਦੇ ਬਣੇ ਹੋਏ ਸੀਗੇ ਉਹ ਜਿਹੜੇ ਕਿ ਕੱਟੇ ਜਾਣੇ ਚਾਹੀਦੇ ਸੀਗੇ। ਜਦੋਂ ਅਸੀਂ ਹਰ ਮਹੀਨੇ ਰਿਪੋਰਟ ਦੇ ਰਹੇ ਸੀਗੇ ਕਿ ਜਿਹੜੇ ਤੁਹਾਡੇ ਰਾਸ਼ਨ ਕਾਰਡ ਨੇ ਪਿਛਲੇ ਕਈ ਸਾਲਾਂ ਤੋਂ ਇਹਨਾਂ ਦੇ ਦੁਆਰਾ ਇਹਨਾਂ ਨੂੰ ਅਪਡੇਟ ਨਹੀਂ ਕੀਤਾ ਗਿਆ, ਕਈ ਲੋਕ ਜਿਹੜੇ ਮਰ ਗਏ ਨੇ ਉਹਨਾਂ ਦੇ ਨਾਂ ਨਹੀਂ ਕੱਟੇ ਗਏ, ਜਿਹੜੀਆਂ ਸਾਡੀਆਂ ਧੀਆਂ ਵਿਆਹੀਆਂ ਗਈਆਂ ਜਾਂ ਦੂਸਰੀ ਸਟੇਟਾਂ ਦੇ ਵਿੱਚ ਚਲੇ ਗਏ ਜਾਂ ਮਾਈਗ੍ਰੇਟ ਕਰ ਗਏ ਫੋਰਨ ਕੰਟਰੀ ਚਲੇ ਗਏ, ਉਹਨਾਂ ਦੇ ਨਾਂ ਵੀ ਨਹੀਂ ਕੱਟੇ ਗਏ। ਇਹ ਅਸੀਂ ਇਹਨਾਂ ਨੂੰ ਬਾਰ-ਬਾਰ ਰਿਪੋਰਟ ਦੇ ਰਹੇ ਸੀਗੇ ਕਿ ਇਸ ਦਾ ਰਾਸ਼ਨ ਕਾਰਡ ਦਾ ਅਪਡੇਟ ਕਰੋ, ਪਰ ਉਸ ਦੇ ਉੱਤੇ ਵੀ ਕੋਈ ਅਸਰ ਨਹੀਂ ਹੋ ਰਿਹਾ ਸੀ, ਕੋਈ ਐਕਸ਼ਨ ਨਹੀਂ ਲੈ ਰਿਹਾ ਸੀਗਾ। ਜੇ ਇੰਨੇ ਚੰਗੇ ਕੰਮ ਕੀਤੇ ਗਏ ਆ ਜੀਓਜੀ ਦੁਆਰਾ, ਤਾਂ ਫਿਰ ਲੋਕ ਤਾਂ ਬਹੁਤ ਗਿਣਤੀ 'ਚ ਤੁਹਾਡੇ ਨਾਲ ਹੋਣੇ ਆ, ਫਿਰ ਲੋਕ ਆਣਗੇ ਤੁਹਾਡੇ ਹੱਕ 'ਚ। ਲੋਕ ਸਾਡੇ ਨਾਲ ਅਗਰ ਪਿੰਡਾਂ ਦੇ ਵਿੱਚ ਜਾ ਕੇ ਪੁੱਛਿਆ ਜਾਏ ਤਾਂ ਸਾਰੇ ਪਿੰਡਾਂ ਦੇ ਜਿਹੜੇ ਨਿਵਾਸੀ ਨੇ ਉਹ ਸਾਡੇ ਹੱਕ ਦੇ ਵਿੱਚ ਬੋਲਣਗੇ। ਇਹੀ ਤਾਂ ਕਿ ਜਿੰਨੇ ਸਾਡੇ ਐਕਸ ਸਰਵਿਸਮੈਨ ਭਰਾ ਨੇ ਉਹ ਵੀ ਸਾਰੇ ਜੀਓਜੀ ਦੇ ਹੱਕ ਦੇ ਵਿੱਚ ਬੋਲਣਗੇ। ਇਹ ਸਿਰਫ 4300 ਇਹਨਾਂ ਨੇ ਜੀਓਜੀ ਨਹੀਂ ਕੱਢੇ, ਇਹ ਇਹਨਾਂ ਨੇ 4300 ਫੈਮਿਲੀਜ਼ ਨੂੰ ਪ੍ਰਭਾਵਿਤ ਕੀਤਾ ਹੈ। ਉਹਨਾਂ ਦੇ ਨਾਲ ਹੀ ਜਿਹੜੀਆਂ ਉਹਨਾਂ ਦੀਆਂ ਹੋਰ ਰਿਸ਼ਤੇਦਾਰ ਨੇ ਉਹ ਵੀ ਸਾਰੇ ਇਹਨਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਕਿ ਵੀ ਸਰਕਾਰ ਨੇ ਆਲ ਆਫ ਏ ਸਡਨ ਬਿਨਾਂ ਕੋਈ ਕਾਰਨ ਦੱਸੋ, ਬਿਨਾਂ ਕੋਈ ਸਾਡੇ ਕੋਲੋਂ ਪੁੱਛੇ, ਬਿਨਾਂ ਕੋਈ ਸਾਨੂੰ ਟਾਈਮ ਦਿੱਤੇ ਆਲ ਆਫ ਏ ਸਡਨ ਸਕੀਮ ਨੂੰ ਨੋਟੀਫਿਕੇਸ਼ਨ ਕਰਕੇ ਬੰਦ ਕਰ ਦਿੱਤਾ। ਤੁਸੀਂ ਕਿਹਾ ਕਿ ਤੁਸੀਂ ਬਹੁਤ ਸਾਰੇ ਲੋਕਾਂ ਦੇ ਰਾਸ਼ਨ ਕਾਰਡ ਕਟਵਾਏ ਵੀ ਆ, ਫਿਰ ਕੀ ਪਤਾ ਉਹਨਾਂ ਨੇ ਸ਼ਿਕਾਇਤਾਂ ਹੀ ਕੀਤੀਆਂ ਹੋਣ, ਕਿਉਂਕਿ ਇੱਥੇ ਬਹੁਤਾਤ ਗਿਣਤੀ ਵਿੱਚ ਤਾਂ ਉਹ ਹੁੰਦੇ ਨੇ ਜਿਹੜੇ ਨਜਾਇਜ਼ ਫਾਇਦਾ ਲੈਂਦੇ ਸਕੀਮਾਂ ਦਾ। ਪਰ ਜਿਹੜੇ ਨਜਾਇਜ਼ ਫਾਇਦਾ ਲੈ ਰਹੇ ਹੁਣ ਜਿਸ ਤਰ੍ਹਾਂ ਕਈ ਵੀਡੀਓ ਵੀ ਵਾਇਰਲ ਹੋਈਆਂ ਕਿ ਲੋਕ ਮਰਸੀਡੀਜ਼ ਦੇ ਵਿੱਚ ਜਿਹੜਾ ਰਾਸ਼ਨ ਲੈਣ ਆ ਰਹੇ ਨੇ, ਲੋਕਾਂ ਦੀਆਂ 2-2 3-3 ਮੰਜ਼ਿਲੀਆਂ ਕੋਠੀਆਂ ਨੇ, ਉਹਨਾਂ ਦੇ ਵੀ ਰਾਸ਼ਨ ਕਾਰਡ ਬਣੇ ਹੋਏ ਨੇ। ਸਾਰੇ ਜਿਹੜੇ ਰਾਸ਼ਨ ਕਾਰਡ ਸੀਗੇ ਉਹ ਪੋਲੀਟੀਕਲ ਲੈਵਲ ਤੇ ਬਣਾਏ ਗਏ ਸੀਗੇ।
ਤੇ ਉਹਨਾਂ ਨੂੰ ਬੰਦ ਕੀਤਾ ਜਾਣਾ ਜ਼ਰੂਰੀ ਸੀਗਾ। ਉਸ ਦੀ ਬਜਾਏ ਕਿ ਇਹਨਾਂ ਤੇ ਐਕਸ਼ਨ ਲੈਂਦੇ, ਇਹਨਾਂ ਨੇ ਜੀਓਜੀ ਸਕੀਮ ਹੀ ਬੰਦ ਕਰ ਦਿੱਤੀ। ਪਰ ਜੇ ਪੋਲੀਟੀਕਲ ਪ੍ਰੈਸ਼ਰ ਤੇ ਬਣੇ ਸੀ ਉਹ ਤਾਂ ਫਿਰ ਪੁਰਾਣੀਆਂ ਸਰਕਾਰਾਂ 'ਚ ਬਣੇ ਹੋਣੇ ਆ ਜੀ। ਹੋ ਸਕਦਾ ਕਾਂਗਰਸ ਸਰਕਾਰ 'ਚ ਹੀ ਬਣੇ ਹੋਵੇ, ਆਮ ਆਦਮੀ ਪਾਰਟੀ ਦੀ ਸਰਕਾਰ ਹੀ ਹੋਣਾ ਹੀ ਹੈ ਜੀ। ਪਰ ਇਹਨਾਂ ਨੂੰ ਚਾਹੀਦਾ ਸੀ ਕਿ ਉਹਨਾਂ ਦਾ ਪੂਰਾ ਜਿਹੜਾ ਜਾਂਚ ਪੜਤਾਲ ਕਰਦੇ। ਇਹਨਾਂ ਨੇ ਇੱਕ ਜਿਹੜਾ ਆਪਣਾ 8 ਤਰੀਕ ਨੂੰ ਇਹਨਾਂ ਨੇ ਇੱਕ ਮੀਟਿੰਗ ਕਰਕੇ ਉਹ ਜੀਓਜੀਜ਼ ਨੂੰ ਇਹ ਪੂਰਾ ਦਿੱਤਾ ਸੀਗਾ, ਆਪਣਾ ਮੈਂਡੇਟ ਦਿੱਤਾ ਸੀਗਾ ਜੀਓਜੀ ਨੂੰ ਕਿ ਜੀਓਜੀ ਪਿੰਡਾਂ ਦੇ ਵਿੱਚ ਪੂਰੇ ਸਾਰੇ ਰਾਸ਼ਨ ਕਾਰਡ ਦੀ ਪੜਤਾਲ ਕਰਨਗੇ। ਸਰ ਇੱਕ ਹੋਰ ਲੋਕ ਸਵਾਲ ਕਰਦੇ ਆ ਕਿ ਤੁਹਾਡੇ ਐਕਸ ਸਰਵਿਸਮੈਨ ਦੀਆਂ ਇੰਨੀਆਂ ਪੈਨਸ਼ਨਾਂ ਹੈ, ਪਹਿਲਾਂ ਤਨਖਾਹ ਵੀ ਨਹੀਂ, ਸਰਵਿਸ ਕਰੀ, ਲੋੜ ਕੀ ਆ ਤੁਹਾਨੂੰ? ਤੁਸੀਂ ਕਿਉਂ ਤਰਲੇ ਮਾਰ ਰਹੇ ਹੋ? ਤੁਹਾਡੀ ਤਾਂ ਵਧੀਆ ਸਰ ਰਿਹਾ, ਗੁਜ਼ਾਰਾ ਹੋ ਰਿਹਾ। 11-12 ਹਜ਼ਾਰ ਪਿੱਛੇ ਤੁਸੀਂ ਧਰਨੇ ਲਾ ਕੇ ਬਹਿ ਗਏ, ਲੋਕ ਇਦਾਂ ਕਹਿੰਦੇ। ਅਸੀਂ ਧਰਨੇ ਆਪਣੇ ਆਨਰੇਰੀਅਮ ਲਈ ਨਹੀਂ ਲਗਾਏ, ਅਸੀਂ ਤਾਂ ਬਿਨਾਂ ਆਨਰੇਰੀਅਮ ਤੋਂ ਵੀ ਕੰਮ ਕਰਨ ਲਈ ਤਿਆਰ ਹਾਂ। ਸਾਡੇ ਜੀਓਜੀ ਜਿੰਨੇ ਵੀ ਨੇ ਜਿਹੜੇ ਪਿੰਡਾਂ ਦੇ ਵਿੱਚ ਇੰਨਾ ਘੁੰਮਦੇ ਨੇ, ਉਹਨਾਂ ਦੇ ਤਾਂ ਮੋਟਰਸਾਈਕਲਾਂ ਦੇ ਜਾਂ ਕਾਰਾਂ ਦੇ ਜਿਹੜਾ ਪੈਟਰੋਲ ਹੈ ਜਾਂ ਡੀਜ਼ਲ ਹੈ ਉਹ ਹੀ ਪੂਰਾ ਨਹੀਂ ਹੋ ਰਿਹਾ। ਅਸੀਂ ਉਸ ਦੇ ਲਈ ਨਹੀਂ ਕੰਮ ਕਰ ਰਹੇ, ਅਸੀਂ ਸਿਰਫ ਜਿਹੜਾ ਕੰਮ ਕਰ ਰਹੇ ਸੀ ਲੋਕ ਭਲਾਈ ਦੇ ਲਈ ਕੰਮ ਕਰ ਰਹੇ ਸੀਗੇ। ਜੇ ਤੁਸੀਂ ਸਰਕਾਰ ਨੂੰ ਜਾ ਕੇ ਫਿਰ ਕਹਿ ਦਿਓ ਕਿ ਸਾਨੂੰ ਤੁਸੀਂ ਨਾ ਖਰਚਾ ਦਿਓ, ਅਸੀਂ ਤਾਂ ਆਪਣੀਆਂ ਸੇਵਾ ਕਰਨੀ ਹੈ, ਅਸੀਂ ਇੱਦਾਂ ਹੀ ਕਰ ਦਾਂਗੇ, ਫਿਰ ਤਾਂ ਸਰਕਾਰ ਤੁਹਾਨੂੰ ਜਾਰੀ ਰੱਖੂਗੀ ਜੀ। ਅਸੀਂ ਤਾਂ ਬਿਨਾਂ ਆਨਰੇਰੀਅਮ ਤੋਂ ਕੰਮ ਕਰਨ ਲਈ ਤਿਆਰ ਹਾਂ, ਪਰ ਸਰਕਾਰ ਜਿਹੜਾ ਉਸਨੇ ਬਿਨਾਂ ਨੋਟਿਸ ਜਿਹੜਾ ਦਿੱਤੇ ਬੰਦ ਕੀਤਾ, ਇਸ ਦੇ ਨਾਲ ਜੀਓਜੀ ਦੀ ਬਹੁਤ ਇੱਕ ਤਰ੍ਹਾਂ ਦਾ ਇਹਨਾਂ ਨੇ ਜੀਓਜੀ ਦਾ ਜਿਹੜਾ ਮਾਨ ਸੀ ਉਹਨੂੰ ਖਤਮ ਕਰ ਦਿੱਤਾ। ਐਕਸ ਸਰਵਿਸਮੈਨ ਦੇ ਮਾਨ ਨੂੰ ਖਤਮ ਕਰ ਦਿੱਤਾ ਕਿ ਆਲ ਆਫ ਅ ਸਡਨ ਤੁਸੀਂ ਕਿਸੇ ਬੰਦੇ ਨੂੰ ਇਹ ਬੋਲਦੇ ਹੋ, ਕਿਸੇ ਆਰਗੇਨਾਈਜੇਸ਼ਨ ਨੂੰ ਇਹ ਬੋਲਦੇ ਹੋ ਕਿ ਇਹਨਾਂ ਨੇ 1 ਸਾਲ ਤੋਂ ਕੋਈ ਕੰਮ ਹੀ ਨਹੀਂ ਕੀਤਾ, ਕਿ ਇਹ ਤਾਂ ਨਕੰਮੀ ਆਰਗੇਨਾਈਜੇਸ਼ਨ ਸੀ। ਇਹਨਾਂ ਨੇ ਜਦ ਕਿ ਸਾਡੇ ਨਾਲ ਪੂਰਾ ਚੈੱਕ ਕਰਦੇ ਕਿ ਜੀਓਜੀ ਨੇ ਕੰਮ ਕਿੰਨੇ ਕੀਤੇ ਸੀਗੇ। ਇਹਨਾਂ ਨੇ ਕਿਸੇ ਮਹਿਕਮੇ ਤੋਂ ਕੋਈ ਰਿਪੋਰਟ ਨਹੀਂ ਲਈ, ਕਿਸੇ ਪਿੰਡਾਂ ਦੇ ਵਿੱਚ ਕੋਈ ਰਿਪੋਰਟ ਨਹੀਂ ਲਈ। ਆਲ ਆਫ ਅ ਸਡਨ ਇਹ ਸੋਚਿਆ ਕਿ 72 ਕਰੋੜ ਰੁਪਏ ਖਰਚ ਹੋ ਰਿਹਾ, ਉਸ ਦੇ ਲਈ ਇਹਨੂੰ ਸਕੀਮ ਹੀ ਬੰਦ ਕਰ ਦਿਓ। ਹੁਣ ਸਰਕਾਰ ਨਾਲ ਗੱਲਬਾਤ ਚੱਲੀ ਤੁਹਾਡੀ ਕੋਈ ਕਿ ਨਹੀਂ ਚੱਲੀ? ਸਰਕਾਰ ਦੇ ਨਾਲ ਅਸੀਂ ਮੰਗ ਪੱਤਰ ਹਰ ਜ਼ਿਲ੍ਹੇ ਲੈਵਲ ਤੇ ਦੇਈ ਜਾ ਰਹੇ ਹਾਂ। ਅੱਜ ਵੀ ਜਿਸ ਤਰ੍ਹਾਂ ਅਸੀਂ ਇਸ ਦੇ ਵਿੱਚ ਰੂਪਨਗਰ, ਮੋਹਾਲੀ ਔਰ ਫਤਿਹਗੜ੍ਹ ਸਾਹਿਬ ਤੋਂ ਸਾਰੇ ਜੀਓਜੀ ਇੱਥੇ ਪਹੁੰਚੇ ਨੇ ਤੇ ਉਹ ਹਿੱਸੇ ਮੰਗ ਪੱਤਰ ਲਈ ਆਏ ਨੇ। ਸੋ ਬਿਲਕੁਲ ਹੁਣ ਤੁਸੀਂ ਸਰਕਾਰ ਨੂੰ ਇਹ ਲਿਖ ਰਹੇ ਹੋ ਵੀ ਅਸੀਂ ਬਿਨਾਂ ਪੈਸੇ ਤੋਂ ਵੀ ਕੰਮ ਕਰਨ ਲਈ ਤਿਆਰ ਹਾਂ। ਅਸੀਂ ਬਿਨਾਂ ਕੰਮ ਕਰਨ ਨੂੰ ਤਿਆਰ ਹਾਂ, ਅਗਰ ਸਰਕਾਰ ਸਾਨੂੰ ਮੌਕਾ ਦੇ। ਸੋ ਇਹ ਸੀ ਜਿਹੜੇ ਜੀਓਜੀ ਦੇ ਜਿਹੜੇ ਮੁੱਖ ਅਧਿਕਾਰੀ ਸੀ ਜਿਨ੍ਹਾਂ ਨੂੰ ਲਾਇਆ ਗਿਆ ਸੀ ਅਧਿਕਾਰਤ ਤੌਰ ਤੇ, ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਬਿਨਾਂ ਪੈਸੇ ਤੋਂ ਵੀ ਕੰਮ ਕਰਨ ਦੇ ਲਈ ਤਿਆਰ ਹਾਂ, ਪਰ ਸਰਕਾਰ ਇਸ ਸਕੀਮ ਨੂੰ ਖਰਚ ਕਰ ਰਹੀ ਹੈ ਜਿਸ ਦੇ ਨਾਲ ਸਾਡੇ ਮਾਨ ਸਨਮਾਨ ਨੂੰ ਵੀ ਠੇਸ ਪਹੁੰਚੀ। ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਅਧਿਕਾਰੀਆਂ ਨੇ ਹੀ ਚੈੱਕ ਨਹੀਂ ਕੀਤਾ ਜੋ ਰਿਪੋਰਟਾਂ ਅਸੀਂ ਦਿੱਤੀਆਂ, ਪਰ ਹੁਣ ਦੇਖਣਾ ਹੋਵੇਗਾ ਕਿ ਕਦੋਂ ਇਹਨਾਂ ਦੀ ਗੱਲ ਸੁਣੀ ਜਾਂਦੀ ਹੈ। ਜੇਕਰ ਬਿਨਾਂ ਪੈਸੇ ਤੋਂ ਪਬਲਿਕ ਦੀ ਸਰਵਿਸ ਦੇ ਲਈ ਤਿਆਰ ਹੈ ਤਾਂ ਕੀ ਸਰਕਾਰ ਜੀਓਜੀ ਨੂੰ ਮੌਕਾ ਦਿੰਦੀ ਹੈ ਜਾਂ ਫਿਰ ਇਹ ਜਿਹੜੀ ਸਕੀਮ ਆ ਜਿਹੜੀ ਕੈਪਟਨ ਸਾਹਿਬ ਦੇ ਰਾਜ ਦੇ ਵਿੱਚ, ਕਾਂਗਰਸ ਦੇ ਰਾਜ ਦੇ ਵਿੱਚ ਲਿਆਂਦੀ ਗਈ ਸੀ, ਤਾਂ ਅੱਜ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਉਹ ਖਤਮ ਹੋ ਕੇ ਹੀ ਰਹੇਗੀ। ਕਿ ਪੰਜਾਬ ਦੀ ਕੈਬਨਿਟ ਨੇ ਫੈਸਲਾ ਲਿੱਤਾ ਹੈ ਕਿ ਜੀਓਜੀ ਦੀ ਸਕੀਮ ਨੂੰ ਰੱਦ ਕਰਨ ਜਾ ਰਹੇ ਨੇ। ਮੈਂ ਉਸੇ ਟਾਈਮ ਜਨਰਲ ਸ਼ੇਰਗਿੱਲ ਸਾਹਿਬ ਨੂੰ ਫੋਨ ਕਰਕੇ ਕਿਹਾ ਕਿ ਇਹ ਬਹੁਤ ਬੇਅਕਲੀ ਵਾਲਾ ਫੈਸਲਾ ਹੈ, ਔਰ ਖਾਸ ਕਰ ਇਹ ਕਹਿਣਾ ਕਿ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਇਸ ਲਈ ਅਸੀਂ ਸਕ੍ਰੈਪ ਕਰ ਰਹੇ ਹੈਗੇ ਹੈ। ਦਿਸ ਇਜ਼ ਐਨ ਇਨਸਲਟ ਟੂ ਦੀ ਐਕਸ ਸਰਵਿਸਮੈਨ। ਤੁਸੀਂ ਕਹਿ ਕਹਿੰਦੇ ਨੇ ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਸਰਹੱਦਾਂ ਦੀ ਰੱਖਿਆ ਕੀਤੀ ਹੈਗੀ ਹੈ, ਉਹਨਾਂ ਦੀ ਤੋਹੀਨ ਕੀਤੀ ਹੈ, ਉਹਨਾਂ ਦੀ ਬੇਇੱਜ਼ਤੀ ਕੀਤੀ ਹੈ। ਔਰ ਮੈਂ ਜਨਰਲ ਸਾਹਿਬ ਨੂੰ ਕਿਹਾ, ਸ਼ੇਰਗਿੱਲ ਸਾਹਿਬ ਨੂੰ, ਕਿ ਜੇ ਇਹ ਫੈਸਲਾ ਕਰਦੇ ਨੇ ਕਿ ਹਾਈ ਕੋਰਟ 'ਚ ਇਸ ਡਿਸੀਜਨ ਨੂੰ, ਇਸ ਫੈਸਲੇ ਨੂੰ ਚੁਣੌਤੀ ਦਿੰਦੇ ਨੇ, ਤਾਂ ਮੈਂ ਇਹਨਾਂ ਦਾ ਮੁਕੱਦਮਾ ਫਰੀ ਲੜੂੰਗਾ ਸੁਪਰੀਮ ਕੋਰਟ ਤੱਕ, ਕਿਉਂਕਿ ਮੈਨੂੰ ਮੇਰਾ ਇਹ ਮੰਨਣਾ ਹੈਗਾ ਇਹ ਫੈਸਲਾ ਗਲਤ ਹੈਗਾ, ਫੈਸਲਾ ਵਾਪਸ ਦਿੱਤਾ ਜਾਣਾ ਚਾਹੀਦਾ। ਕੋਈ ਸਕੀਮ ਸਿਰਫ ਇਸ ਕਰਕੇ ਖਰਾਬ ਨਹੀਂ ਹੋ ਜਾਂਦੀ ਕਿਉਂਕਿ ਕਿਸੇ ਪਿਛਲੀ ਸਰਕਾਰ ਨੇ ਉਹ ਸ਼ੁਰੂ ਕੀਤੀ ਹੋਵੇ। ਇੱਕ ਸੈਸ਼ਨ ਰੱਦ ਹੋਇਆ ਜੀ ਸਪੈਸ਼ਲ ਗਵਰਨਰ ਵੱਲੋਂ ਆਮ ਆਦਮੀ ਪਾਰਟੀ। ਇਹਨਾਂ ਨੂੰ ਪੁੱਛੋ ਬੁਲਾਇਆ ਕਿਉਂ ਸੀਗਾ? ਇਹ ਇਦਾਂ ਹੈ, 92 ਤੁਹਾਡੇ ਐਮਐਲਏ ਨੇ, ਹੈ ਕੋਈ ਤੁਹਾਨੂੰ ਖਤਰਾ ਨਹੀਂ ਹੈਗਾ। ਇਹ ਡਰਾਮਾ ਕਰਨ ਦੀ ਕੀ ਲੋੜ ਹੈ? ਅੱਜ ਜਿਸ ਦਿਨ ਦਿੱਲੀ ਸੱਦੇ ਸੀਗੇ, ਉਸ ਤੋਂ ਬਾਅਦ ਸਾਨੂੰ ਪਤਾ ਹੀ ਹੈ ਕਿ 91 ਚੋਂ ਜਿਹੜੇ 72 ਐਮਐਲਏ ਨੇ ਆਪ ਦੇ ਉਹ ਕਾਂਗਰਸੀ ਨੇ ਪੁਰਾਣੇ, ਉਹ ਸਾਡੇ ਨਾਲ ਕਿਤੇ ਨਾ ਕਿਤੇ ਕੰਮ ਕੀਤਾ ਹੋਊਗਾ ਹੈਗਾ, ਉਹ ਮਿਲਣ ਆ ਜਾਂਦੇ ਨੇ। ਉਹਨਾਂ ਚੋਂ 2-3 ਮਿਲਣ ਆ ਗਏ ਤਾਂ ਮੈਨੂੰ ਦੱਸ ਰਹੇ ਸੀਗੇ ਕਿ ਨਾਲ ਇਹਨਾਂ ਦਾ ਇੱਕ ਆਪ ਦਾ ਵਜ਼ੀਰ ਹੀ ਬੈਠਾ ਸੀਗਾ, ਤੇ ਉਹ ਆਪਸ ਮਜ਼ਾਕ ਕਰਦੇ ਹੀ ਕਹਿੰਦੇ 25 ਕਰੋੜ ਛੱਡੋ, ਇਹ ਤਾਂ ਸਾਰੇ ਫ੍ਰੀ 'ਚ ਜਾਣ ਨੂੰ ਤਿਆਰ ਬੈਠੇ ਨੇ। ਤੇ ਇਸ ਲਈ ਦੇਖੋ, ਮੈਂ ਜਦੋਂ ਇਹ ਸਰਕਾਰ ਬਣੀ ਸੀ, ਮੈਂ ਆਪਣੇ ਆਪ ਨੂੰ ਕਿਹਾ ਸੀਗਾ, ਮੈਂ ਕਿਹਾ 1 ਸਾਲ ਇਹਨਾਂ ਦੇ ਕੋਈ ਨੁਕਤਾਚੀਨੀ ਨਹੀਂ ਕਰਾਂਗੇ। ਐਡਾ ਵੱਡਾ ਹੰਗਾਰਾ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਦਿੱਤਾ ਹੈਗਾ, ਔਰ ਜਮਹੂਰੀਅਤ ਦੇ ਵਿੱਚ ਲੋਕਾਂ ਦਾ ਫੈਸਲਾ ਰੱਬ ਦੇ ਫੈਸਲੇ ਬਰਾਬਰ ਹੈ। 6 ਮਹੀਨੇ 'ਚ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਬਣਦੇ ਜਾ ਰਹੇ ਨੇ, ਇੱਕ ਗੱਲ ਬੜੀ ਸਾਫ਼ ਨਿਕਲ ਕੇ ਆਉਂਦੀ ਹੈਗੀ ਹੈ ਕਿ ਇਹਨਾਂ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ।
ਔਰ ਪੰਜਾਬ ਨੂੰ ਜਿਸ ਤਰ੍ਹਾਂ ਦੀਆਂ ਪੰਜਾਬ ਦੀਆਂ ਚੁਣੌਤੀਆਂ ਨੇ, ਇੱਕ ਬਹੁਤ ਸੀਰੀਅਸ ਗਵਰਨੈਂਸ ਦੀ ਲੋੜ ਹੈ। ਇੱਕ ਲਾਸਟ ਹੈ ਜੀ, ਇੱਕ ਆਮ ਆਦਮੀ ਪਾਰਟੀ ਇੱਕ ਕਰਕੇ ਕਾਂਗਰਸ ਨੂੰ ਨਿਸ਼ਾਨਾ ਲਗਾ ਰਹੀ ਹੈ। ਕੱਲ ਕੇਪੀ ਰਾਣਾ ਜੀ ਦੀ ਇਨਕੁਆਇਰੀ ਘੁਲਾਤੀ, ਕੀ ਕਹਿਣਾ? ਦੇਖੋ ਰਾਣਾ ਸਾਹਿਬ, KP ਰਾਣਾ ਸਾਹਿਬ ਆਪ ਫੌਜਦਾਰੀ ਦੇ ਬਹੁਤ ਵੱਡੇ ਵਕੀਲ ਰਹੇ ਨੇ, ਤੁਹਾਡੇ ਇੱਥੇ ਰੋਪੜੀ ਵਕਾਲਤ ਕਰਦੇ ਰਹੇ ਨੇ। ਰਾਣਾ ਸਾਹਿਬ ਬਿਲਕੁਲ ਸક્ષਮ ਨੇ, ਜੋ ਉਹਨਾਂ ਦੇ ਖਿਲਾਫ ਇਲਜ਼ਾਮ ਲਾਏ ਗਏ ਨੇ ਉਹਨਾਂ ਦੇ ਜਵਾਬ ਦੇਣ 'ਚ। ਦੂਜਾ, ਅੰਗਰੇਜ਼ੀ ਦੇ ਵਿੱਚ ਦੋ ਸ਼ਬਦ ਨੇ, ਇੱਕ ਹੁੰਦਾ ਪ੍ਰੋਸੀਕਿਊਸ਼ਨ, ਦੂਜਾ ਹੁੰਦਾ ਪਰਸੀਕਿਊਸ਼ਨ। ਤੇ ਪਰਸੀਕਿਊਸ਼ਨ ਦਾ ਮਤਲਬ ਤਸ਼ੱਦਦ ਨਾਲ ਸਰਕਾਰਾਂ ਨਹੀਂ ਚੱਲਦੀਆਂ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਿਹੜੇ ਹੈਗੇ ਆ ਇਹ ਕੰਮ, ਇਹਨਾਂ ਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ ਇਸ ਟਾਈਮ, ਜਿੱਦਾਂ ਇਹ ਫੈਸਲੇ ਆ ਰਹੇ ਆ, ਇਹ ਇਹਨਾਂ ਨੂੰ ਫਾਰਗ ਕੀਤਾ ਗਿਆ? ਉਹਨਾਂ ਦਾ ਕਹਿਣਾ ਕਿ ਤੁਹਾਨੂੰ ਲੱਗਦਾ ਕਿ ਪੰਜਾਬ 'ਚ ਕੋਈ ਸਰਕਾਰ ਹੈਗੀ ਹੈ? ਕਿਉਂਕਿ ਮੈਂ ਤਾਂ ਆਪ ਇਹ ਫੈਸਲਾ ਕੀਤਾ ਸੀਗਾ ਕਿ 1 ਸਾਲ ਕੁਝ ਨਹੀਂ ਬੋਲਣਾ ਹੈਗਾ। ਪੰਜਾਬ ਦੇ ਲੋਕਾਂ ਨੇ ਬੜਾ ਭਰਮਾ ਹੰਗਾਰਾ ਦਿੱਤਾ ਸੀਗਾ, ਪਰ ਜਿਸ ਤਰ੍ਹਾਂ ਦੇ ਫੈਸਲੇ ਆ ਰਹੇ ਨੇ, ਔਰ ਖਾਸ ਕਰ ਜਿਵੇਂ GOG ਵਾਲਾ ਫੈਸਲਾ ਹੈ, ਇਹ ਕੋਈ ਸੂਝਵਾਨ ਫੈਸਲਾ ਨਹੀਂ ਹੈਗਾ। ਤੇ ਤੁਸੀਂ ਆਪਣੇ ਸ਼ਬਦਾਂ 'ਚ ਵੀ ਪਹਿਲਾਂ ਕਿਹਾ ਕਿ ਜਦੋਂ ਸਰਕਾਰ ਤੁਹਾਡੀ ਸੀਗੀ, ਤੁਸੀਂ ਕਹਿੰਦੇ ਸੀ ਕਿ ਇੰਨੀ ਛੇਤੀ ਨਹੀਂ ਮੁਲਾਂਕਣ ਕੀਤਾ ਜਾ ਸਕਦਾ ਸਰਕਾਰਾਂ ਦਾ, ਉਹਨੂੰ 60 ਮਹੀਨੇ ਲੱਗਦੇ ਹੁੰਦੇ ਆ, 60 ਮਹੀਨੇ ਬਾਅਦ ਹੀ ਕਿਹਾ ਜਾ ਸਕਦਾ। ਫਿਰ ਅੱਜ ਤੁਸੀਂ ਦੇਖ ਸਕਦੇ ਹੋ ਵੀ 60 ਮਹੀਨਿਆਂ 'ਚ ਤੁਹਾਨੂੰ ਵੀ ਰੁਕਣਾ ਚਾਹੀਦਾ, ਬਾਅਦ ਵਿੱਚ ਇਹ ਸਾਰੀਆਂ ਗੱਲਾਂ ਦੇਖੀਆਂ ਜਾ ਸਕਦੀਆਂ। ਤੁਹਾਨੂੰ ਲੱਗਦਾ ਸਰਕਾਰ 60 ਮਹੀਨੇ ਚੱਲੇਗੀ? ਇਹ ਤਾਂ ਸਮਾਂ ਦੱਸੇਗਾ ਸਰ। ਇੱਕ ਹੋਰ ਸਵਾਲ ਹੈ ਕਿ ਕਾਂਗਰਸ ਦੀ ਵੱਡੀ ਲੀਡਰਸ਼ਿਪ ਲੱਭ ਕਿਉਂ ਨਹੀਂ ਰਹੀ? ਵੱਡੀ ਲੀਡਰਸ਼ਿਪ ਕਿੱਥੇ ਹੈ ਜੀ ਕਾਂਗਰਸ ਦੀ? ਜਾਖੜ ਸਾਹਿਬ ਵੀ ਉੱਧਰ ਚਲ ਗਏ ਜੀ, ਕੈਪਟਨ ਸਾਹਿਬ ਵੀ BJP ਚਲ ਗਏ, ਚੰਨੀ ਸਾਹਿਬ ਕਹਿੰਦੇ ਲੱਭ ਹੀ ਨਹੀਂ ਰਹੇ ਪੰਜਾਬ 'ਚ ਵੱਡੀ ਲੀਡਰਸ਼ਿਪ ਨਹੀਂ ਦਿਖ ਰਹੀ ਕਾਂਗਰਸ ਦੀ। ਅੱਗੇ ਮਨ ਵੀ ਹੈਗਾ ਕਾਂਗਰਸ ਦਾ ਅਪੀਲ ਹੋਣ ਦਾ ਅਗਲੀ ਚੋਣਾਂ ਦੇ ਵਿੱਚ। ਤੈਨੂੰ ਅਸੀਂ ਛੋਟੇ ਲੀਡਰ ਲੱਗਦੇ ਹਾਂ? ਨਹੀਂ, ਜਿਹੜੇ ਵੱਡੇ ਵੱਡੇ ਲੀਡਰ ਕਿਉਂ ਚਲ ਗਏ ਜੀ? ਕਿਉਂ ਭਰੋਸਾ ਨਹੀਂ ਰਹਿੰਦਾ ਕਾਂਗਰਸ ਪਾਰਟੀ ਦੇ ਵਿੱਚ ਲੀਡਰਾਂ ਨੂੰ? ਠੀਕ ਹੈ। ਸੋ ਮਨੀਸ਼ ਤਿਵਾੜੀ ਜੀ ਆ ਜਿਹੜੇ ਕਿ GOG ਦੇ ਹੱਕ ਦੇ ਵਿੱਚ ਆਏ ਸੀ ਅੱਜ। ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਸਰਕਾਰ ਹੈਗੀ ਆ ਉਹ ਧੱਕਾ ਕਰ ਰਹੀ ਹੈ ਤੇ ਉਹਨਾਂ ਦੇ ਹੱਕ ਦੇ ਵਿੱਚ ਉਹ ਜਿਹੜਾ ਹੈਗਾ ਮੁਫਤ ਦੇ ਵਿੱਚ ਵੀ ਹਾਈ ਕੋਰਟ ਤੱਕ, ਸੁਪਰੀਮ ਕੋਰਟ ਤੱਕ ਇਹ ਮਸਲੇ ਨੂੰ ਲੈ ਕੇ ਜਾਣਗੇ ਤਾਂ ਕਿ GOG ਨੂੰ ਇਨਸਾਫ ਮਿਲ ਸਕੇ।